सिंह शाह शहनशाह गुरु गोबिंद सिंह बादशाह दरवेश गुरु गोबिंद सिंह बादशाह दरवेश गुरु गोबिंद सिंह हक हक अगा गुरु गोबिंद सिंह बादशाह दरवेश गुरु गोबिंद सिंह Yes, Didi, I know. Guru Gobind Singh Ji is the 10th Guru of the Guru Granth. But tell us the history of the Guru Gobind Singh Ji. Guru Gobind Singh Ji was born on 22nd December 1666 at Patna city. He was the son of Tegh Bahadur Sahib Ji and Mata Gujri Ji. He started the Khalsa tradition. The Khalsa Singh given the title of Singh means male. The meaning of Singh is lion and the female call means princess. He lived and settled for the life at Anandpur Sahib Darbar at Anandpur. And he is a Chiranjeevi Guru, that is important, who is believed to be alive till date. And after him, no one nominated as Guru, but declared Guru Granth Sahib Ji as 11th Guru. Now my friend Tanveer Kaur will tell us the history of Shri Guru Gobind Singh Ji. वाहेगुरु जी का खालसा वाहेगुरु जी की फतेह। हर सच्चे तख्त रचाया सत संगत मेला वाह वाह गोबिंद सिंह आपे गुरचेला। मैं तनवीर कौर आप साਰਿਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੰਦੀ ਹਾਂ। ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ 10ਵੇਂ ਗੁਰੂ ਸਨ, ਜਿਨ੍ਹਾਂ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਤੇ ਆਪਣਾ ਸਾਰਾ ਜੀਵਨ ਅਤੇ ਆਪਣਾ ਸਾਰਾ ਪਰਿਵਾਰ ਦੇਸ਼ ਕੌਮ ਲਈ ਕੁਰਬਾਨ ਕਰ ਦਿੱਤਾ। ਇਸ ਲਈ ਉਹਨਾਂ ਨੂੰ ਅੱਜ ਤੱਕ ਸਰਬੰਸ ਦਾਨੀ ਵੀ ਆਖਿਆ ਜਾਂਦਾ ਹੈ। ਆਪ ਜੀ ਦਾ ਜਨਮ 1666 ਈਸਵੀ ਪਟਨਾ ਵਿੱਚ ਹੋਇਆ। ਆਪ ਜੀ ਦੀ ਮਾਤਾ ਗੁਜਰੀ ਜੀ ਤੇ ਪਿਤਾ ਗੁਰੂ ਤੇਗ ਬਹਾਦਰ ਜੀ ਸਨ। ਉਹਨਾਂ ਤੋਂ ਬਾਅਦ ਆਪ ਜੀ ਨੇ ਗੁਰਗੱਦੀ ਸੰਭਾਲੀ। ਉਸ ਸਮੇਂ ਆਪ ਜੀ ਦੀ ਉਮਰ 9 ਸਾਲ ਦੀ ਸੀ। ਛੋਟੀ ਉਮਰ ਵਿੱਚ ਹੀ ਆਪ ਜੀ ਨੇ ਸ਼ਸਤਰ ਵਿਦਿਆ ਅਤੇ ਘੋੜ ਸਵਾਰੀ ਵੀ ਸਿੱਖ ਲਈ। ਆਪ ਜੀ ਦੇ 4 ਪੁੱਤਰ ਹੋਏ, ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ।
ਆਪ ਜੀ ਦੇ ਵੱਡੇ ਸਾਹਿਬਜ਼ਾਦੇ ਚਮਕੌਰ ਸਾਹਿਬ ਦੇ ਜੰਗ ਵਿੱਚ ਲੜਦੇ ਲੜਦੇ ਸ਼ਹੀਦ ਹੋਏ ਅਤੇ ਛੋਟੇ ਸਾਹਿਬਜ਼ਾਦੇ ਨੀਹਾਂ ਵਿੱਚ ਚੁਣਵਾ ਦਿੱਤੇ ਗਏ। ਸਾਰੇ ਪੁੱਤਰ ਧਰਮ ਤੋਂ ਵਾਰੇ, ਸਾਰੇ ਪੁੱਤਰ ਧਰਮ ਤੋਂ ਵਾਰੇ, ਫਿਰ ਵੀ ਸ਼ੁਕਰ ਮਨਾਇਆ। ਤਾਈਓ ਕਲਗੀਆਂ ਵਾਲਿਆ ਤੂੰ ਸਭ ਨੇ ਸੀਸ ਝੁਕਾਇਆ, ਤਾਈਓ ਕਲਗੀਆਂ ਵਾਲਿਆ ਤੂੰ ਸਭ ਨੇ ਸੀਸ ਝੁਕਾਇਆ। 1695 ਈਸਵੀ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਸਾਰੀ ਸੰਗਤ ਨੂੰ ਇਕੱਠਾ ਕੀਤਾ ਅਤੇ ਉਹਨਾਂ ਵਿੱਚੋਂ 5 ਜਾਤੀ ਦੇ ਲੋਕ ਚੁਣੇ ਅਤੇ ਉਹਨਾਂ ਨੂੰ ਇੱਕ ਬਾਟੇ ਵਿੱਚ ਅੰਮ੍ਰਿਤ ਛਕਾਇਆ, ਸਿੰਘ ਬਣਾਇਆ, ਸਿੱਖ ਸਜਾਇਆ ਅਤੇ ਉਹਨਾਂ ਵਿੱਚੋਂ ਹੀ 5 ਪਿਆਰਿਆਂ ਨੂੰ ਚੁਣਿਆ। ਖਾਲਸਾ ਮੇਰਾ रूप है खास, खालसा मेरा रूप है खास, खालसे मैं हूँ करूँ निवास, खालसे मैं हूँ करूँ निवास। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਜਾਤੀਵਾਦ ਦਾ ਖੰਡਨ ਕੀਤਾ ਤੇ ਖਾਲਸਾ ਪੰਥ ਨੂੰ ਉੱਚੀ ਪਦਵੀ ਦਿੱਤੀ ਤੇ ਉਹ ਜਾਂਦਾ ਜਾਂਦਾ ਵੀ ਆਪ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਦਾ ਆਦੇਸ਼ ਦਿੱਤਾ ਤੇ ਆਪਣਾ ਸਾਰੇ ਪਰਿਵਾਰ ਨੂੰ ਵਿਛੜਨ ਤੋਂ ਬਾਅਦ ਆਪ ਗੁਰਸਥਾਨ ਮੱਛੀਵਾੜੇ ਦੇ ਜੰਗਲਾਂ ਵਿੱਚ ਗਏ ਅਤੇ 1708 ਵਿੱਚ ਸਦੋਤੀ ਜੋਤ ਸਮਾ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। Wow, Didi, please tell us childhood history of Guruji. अरे नहीं, Guru Gobind Singh Ji loved to play with sword and other weaponry. Not only himself, he encouraged his friends, and his father was killed by Aurangzeb at Delhi by chopping his head, and hence now there is a Gurdwara Sherpur at that sacred place at Delhi. Now my friend Amrit Kaur will tell us the childhood time of Guru Gobind Singh Ji and the Shahidi of Guru Tegh Bahadur Ji. ਵਾਹ ਪ੍ਰਗਟੇ ਉਮਰ ਦੇ ਅਗੰਮੜਾ ਵਰਿਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ। ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ 10ਵੇਂ ਗੁਰੂ ਹੋਏ ਸਨ। ਆਪ ਨੇ ਭਾਰਤ ਦੀ ਸੁੱਤੀ ਹੋਈ ਕੌਮ ਨੂੰ ਜਗਾਇਆ ਤੇ ਮੁਰਦਾ ਰੂਹ ਵਿੱਚ ਜਾਨ ਪਾਈ। ਆਪ ਮਹਾਨ ਕਵੀ, ਬਹਾਦਰ ਜਰਨੈਲ, ਸੁਜਵਾਨ ਅੱਗ ਤੇ ਦੁਖੀਆਂ ਦੇ ਦੁੱਖ ਦੂਰ ਕਰਨ ਵਾਲੇ ਸਨ। ਆਪ ਨੂੰ ਅਨੇਕਾਂ ਹੀ ਵਿਸ਼ੇਸ਼ ਨਾਵਾਂ ਤੋਂ ਜਾਣਿਆ ਜਾਂਦਾ ਹੈ, ਜਿਵੇਂ ਕਲਗੀਆਂ ਵਾਲਾ, ਦਸ਼ਮੇਸ਼ ਪਿਤਾ, ਨੀਲੇ ਘੋੜੇ ਵਾਲਾ, ਬਾਜਾਂ ਵਾਲਾ, ਸਰਬੰਸਦਾਨੀ। ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਬਿਹਾਰ ਦੀ ਰਾਜਧਾਨੀ ਪਟਨਾ ਵਿੱਚ 26 ਦਸੰਬਰ 1666 ਈਸਵੀ ਨੂੰ ਮਾਤਾ ਗੁਜਰੀ ਜੀ ਦੀ ਕੁੱਖੋਂ ਹੋਇਆ। ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਆਸਾਮ ਗਏ ਹੋਏ ਸਨ। ਬਚਪਨ ਵਿੱਚ ਆਪ ਬਾਲਕਾਂ ਦੀਆਂ ਫੌਜਾਂ ਬਣਾ ਕੇ ਇੱਕ ਦੂਜੇ ਵਿਰੁੱਧ ਨਕਲੀ ਲੜਾਈਆਂ ਕਰਦੇ ਸਨ। ਕਿਸੇ ਨੂੰ ਕੀ ਪਤਾ ਸੀ ਕਿ ਇਹ ਬਾਲਕ ਵੱਡਾ ਹੋ ਕੇ ਜ਼ੁਲਮ ਦਾ ਨਾਸ਼ ਕਰਨ ਲਈ ਹਕੂਮਤ ਨਾਲ ਟੱਕਰ ਲਵੇਗਾ। ਜਦੋਂ ਆਪ 9 ਸਾਲ ਦੇ ਹੀ ਸਨ ਤਾਂ ਇੱਕ ਦਿਨ ਉਹਨਾਂ ਆਪਣੇ ਪਿਤਾ ਜੀ ਨੂੰ ਗੰਭੀਰ ਮੁਦਰਾ ਵਿੱਚ ਵੇਖਿਆ। ਪਿਤਾ ਜੀ ਨੇ ਆਪ ਨੂੰ ਦੱਸਿਆ ਕਿ ਮੁਗਲ ਹਾਕਮ ਕਸ਼ਮੀਰੀ ਪੰਡਿਤਾਂ ਤੇ ਜ਼ੁਲਮ ਕਰ ਰਿਹਾ ਹੈ ਤੇ ਜ਼ਬਰਦਸਤੀ ਉਹਨਾਂ ਦਾ ਧਰਮ ਬਦਲਾਇਆ ਜਾ ਰਿਹਾ ਹੈ। ਗੁਰੂ ਜੀ ਨੇ ਇਸ ਜ਼ੁਲਮ ਦੀ ਰੁਕਾਵਟ ਲਈ ਕਿਸੇ ਮਹਾਂਪੁਰਖ ਦੀ ਬਲੀਦਾਨ ਦੀ ਗੱਲ ਕੀਤੀ ਹੈ। ਇਸ ਮੌਕੇ ਤੇ ਬਾਲ ਗੋਬਿੰਦ ਰਾਏ ਨੇ ਪਿਤਾ ਜੀ ਨੂੰ ਕਿਹਾ, ਆਪ ਤੋਂ ਵੱਡਾ ਮਹਾਂਪੁਰਖ ਹੋਰ ਕੌਣ ਹੋ ਸਕਦਾ ਹੈ। ਪੁੱਤਰ ਦੀ ਗੱਲ ਸੁਣ ਕੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਮੁਗਲ ਬਾਦਸ਼ਾਹ ਨੂੰ ਮਿਲਣ ਲਈ ਆਗਰਾ ਵੱਲ ਚੱਲ ਪਏ। ਮੁਗਲ ਬਾਦਸ਼ਾਹ ਨੇ ਗੁਰੂ ਜੀ ਨੂੰ ਧਰਮ ਬਦਲਣ ਲਈ ਕਿਹਾ। ਗੁਰੂ ਜੀ ਵੱਲੋਂ ਇਨਕਾਰ ਕਰਨ ਤੇ ਉਹਨਾਂ ਨੂੰ ਦਿੱਲੀ ਦੀ ਚਾਂਦਨੀ ਚੌਕ ਵਿੱਚ ਸ਼ਹੀਦ ਕਰ ਦਿੱਤਾ ਗਿਆ। ਇਸ ਥਾਂ ਉੱਪਰ ਗੁਰਦੁਆਰਾ ਸੀਸਗੰਜ ਸਾਹਿਬ ਬਣਿਆ ਹੋਇਆ ਹੈ। ਗੁਰੂ ਜੀ ਦੀ ਸ਼ਹਾਦਤ ਉਪਰੰਤ ਆਪ ਦੇ ਬਾਲ ਮੋਢਿਆਂ ਉੱਪਰ ਗੁਰਗੱਦੀ ਦਾ ਭਾਰ ਵੀ ਪੈ ਗਿਆ। ਉਹਨਾਂ ਨੇ ਹਿੰਮਤ ਤੇ ਨਿਡਰਤਾ ਤੋਂ ਕੌਮ ਲੈਂਦਿਆਂ ਲੋਕਾਂ ਦੀ ਮੁਰਦਾ ਰੂਹ ਵਿੱਚ ਨਵੀਂ ਜਾਨ ਭਰ ਦਿੱਤੀ। ਉਹਨਾਂ ਸਪਸ਼ਟ ਕੀਤਾ ਕਿ ਮੇਰੇ ਸਿੱਖ ਹੁਣ ਸ਼ੇਰਾਂ ਵਾਂਗ ਰਹਿਣਗੇ। ਉਹਨਾਂ ਨਿਸੱਤੀ ਕੌਮ ਵਿੱਚ ਜੋਸ਼ ਭਰਦਿਆਂ ਕਿਹਾ, ਚਿੜੀਓਂ ਸੇ ਮੈਂ ਬਾਜ ਲੜਾਊਂ, ਤਬੇ ਗੋਬਿੰਦ ਸਿੰਘ ਨਾਮ ਕਹਾਊਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਛਾਵੇ ਗੁਰੂ ਗੋਬਿੰਦ ਸਿੰਘ ਜੀ ਦੇ ਇਹ ਲਾਲਚਾਰੇ, ਸੁੰਦਰ ਸੋਹਣੇ ਸਾਹਿਬਜ਼ਾਦੇ, ਮਾਤਾ ਜੀਤੋ ਜੀ ਦੇ ਪਿਆਰੇ। ਚਮਕੌਰ ਦੀ ਘੜੀ ਦੱਸਦੀ ਸੂਰਮਿਆਂ ਦੀ ਦਾਸਤਾਨ, ਸਰਹੰਦ ਦੀ ਦੀਵਾਰ ਨੇ ਰਚਿਆ ਇਤਿਹਾਸ ਮਹਾਨ। ਜਦ ਨੀਹਾਂ ਵਿੱਚ ਖੜੇ ਲਗਾਏ ਲਾਲਾ ਨੇ ਜੈਕਾਰੇ,
ਮਿਸਾਲ ਬਣੇ ਹੋਰਾਂ ਦੇ ਲਈ, ਹੋਈ ਸਦਾ ਜੈ ਜੈਕਾਰ। ਮਹਾਨ ਸ਼ਹਾਦਤਾਂ ਨੂੰ ਕਰੇ ਸਜਦਾ ਕੁੱਲ ਇਹ ਸੰਸਾਰ। ਝੂਠੇ ਫੈਸ਼ਨ ਪਿੱਛੇ ਲੱਗ ਸਿੱਖਾਂ ਕਿਉਂ ਲਾਲਾਂ ਨੂੰ ਵਿਸਾਰੇ। ਪਰਛਾਵੇ ਗੁਰੂ ਗੋਬਿੰਦ ਸਿੰਘ ਜੀ ਦੇ ਇਹੋ ਲਾਲਚਾਰੇ। ਸੁੰਦਰ ਸੋਹਣੇ ਸਾਹਿਬਜ਼ਾਦੇ ਮਾਤਾ ਜੀਤੋ ਜੀ ਦੇ ਪਿਆਰੇ। 21-22 ਦਸੰਬਰ ਸੰਨ 1704 ਈਸਵੀ ਨੂੰ 10 ਲੱਖ ਵੈਰੀਆਂ ਦੀ ਫੌਜ ਨਾਲ ਲੜਦਿਆਂ 5 ਸਿੰਘਾਂ ਦੇ ਜੱਥੇ ਨੇ ਚਮਕੌਰ ਦੀ ਗੜੀ ਦੇ ਮੈਦਾਨ ਵਿੱਚ ਸ਼ਹੀਦੀਆਂ ਪ੍ਰਾਪਤ ਕਰਨੀਆਂ ਆਰੰਭ ਕਰ ਦਿੱਤੀਆਂ। ਸਿੰਘਾਂ ਨੂੰ ਸ਼ਹੀਦ ਹੁੰਦਾ ਵੇਖ ਕੇ ਸਾਹਿਬਜ਼ਾਦਾ ਅਜੀਤ ਸਿੰਘ ਨੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਤੋਂ ਜੰਗ ਵਿੱਚ ਜਾਣ ਦੀ ਆਗਿਆ ਮੰਗੀ ਤੇ ਕਿਹਾ, ਨਾਮ ਕਾ ਅਜੀਤ ਹੂੰ, जीता ना जाऊंगा, जीता गया तो लौट के वापस ना आऊंगा। पिता गुरु की आज्ञा प्राप्त करके साहब अजीत सिंह ने ਲੱਖਾਂ ਵੈਰੀਆਂ ਦਾ ਖੂਬ ਟਾਕਰਾ ਕੀਤਾ। ਨਾਜ਼ੁਕ ਜਿਸਮ ਤੇ ਤੀਰਾਂ ਅਤੇ ਤਲਵਾਰਾਂ ਦਾ ਅਣਗਿਣਤ ਵਾਰ ਸਹਿੰਦੇ ਹੋਇਆ ਸ਼ੂਰਵੀਰ ਸ਼ਹੀਦੀ ਪਾ ਗਏ। ਵੱਡੇ ਵੀਰ ਨੂੰ ਸ਼ਹੀਦ ਹੋਇਆ ਵੇਖ ਕੇ ਛੋਟੇ ਵੀਰ ਸਾਹਿਬ ਜੁਝਾਰ ਸਿੰਘ ਦੇ ਡੋਲੇ ਪੜਕ ਉੱਠੇ। ਉਹ ਵੀ ਜੰਗ ਵਿੱਚ ਜੂਝਣ ਲਈ ਬੇਕਰਾਰ ਹੋ ਗਏ। ਉਸਨੇ ਵੀ ਗੁਰੂ ਪਿਤਾ ਤੋਂ ਜੰਗ ਵਿੱਚ ਜਾਣ ਦੀ ਆਗਿਆ ਮੰਗਦਿਆਂ ਕਿਹਾ, रुखसत मुझे कर दो, मैं जाऊंगा मरने। भाई से बिछड़ के जीना नहीं आता, सोना नहीं आता, खाना नहीं आना, पीना नहीं आता, लड़ना नहीं आता। मुझे मरना तो आता है, खुद फड़ के गला तेग पे धरना तो आता है। एक वैरियां दा मुकाबला करदा ਸਾਹਿਬ ਜੁਝਾਰ ਸਿੰਘ ਵੀ ਸ਼ਹੀਦੀ ਪ੍ਰਾਪਤ ਕਰ ਗਿਆ। ਵੱਡੇ ਸਾਹਿਬਜ਼ਾਦੇ ਇੰਨੀਆਂ ਛੋਟੀਆਂ ਉਮਰਾਂ ਵਿੱਚ ਸ਼ਹੀਦੀਆਂ ਪਾ ਕੇ ਸਾਡੇ ਦਿਲਾਂ ਵਿੱਚ ਹਮੇਸ਼ਾ ਲਈ ਜ਼ਿੰਦਾ ਹੋ ਗਏ। ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋਏ ਸਾਰੇ ਸਿੰਘਾਂ ਨੂੰ ਕੋਟੀ-ਕੋਟੀ ਪ੍ਰਣਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Oh Didi, please tell Saidi of two elder sons. Guru Gobind Singh Ji has four sons, from which two elder sons, Baba Ajit Singh and Baba Jujhar Singh, were killed in Battle of Champur. Now my friend Samarjit Singh will tell us the Sakhi related to Guru Gobind Singh Ji two elder sons. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਗੁਰਸਮਨ ਸਿੰਘ ਗਿੱਲ ਜਮਾਤ 8ਵੀਂ ਏ ਦਾ ਵਿਦਿਆਰਥੀ ਤੁਹਾਡੇ ਸਾਰਿਆਂ ਨਾਲ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸੰਬੰਧਿਤ ਇੱਕ ਸਾਖੀ ਸਾਂਝੀ ਕਰਨ ਜਾ ਰਿਹਾ ਹਾਂ। ਸਰਸਾ ਨਦੀ ਤੇ ਵਿਛੋੜੇ ਮਗਰੋਂ ਬੜੇ ਲੰਬੇ ਪੈਂਡੇ ਮਗਰੋਂ ਮਾਤਾ ਗੁਜਰੀ ਜੀ ਸਮੇਤ ਦੋਹੇ ਸਾਹਿਬਜ਼ਾਦੇ ਕੰਮੂ ਮਾਸ਼ਕੀ ਦੀ ਝੁੱਗੀ ਕੋਲ ਜਾ ਪਹੁੰਚੇ। ਮਾਤਾ ਜੀ ਨੂੰ ਵੇਖ ਕੇ ਉਸਨੇ ਬੇਨਤੀ ਕੀਤੀ, ਮੇਰੇ ਧੰਨ ਭਾਗ ਜੇ ਮੇਰੀ ਨਿਮਾਣੀ ਜਿਹੀ ਕੁਟੀਆ ਵਿੱਚ ਆਪ ਵਿਸ਼ਰਾਮ ਕਰੋ। ਲక్ష్ਮੀ ਨਾਂ ਦੀ ਔਰਤ ਪਾਸੋਂ ਜੋ ਸਰ ਸਕਿਆ ਉਹ ਮਾਤਾ ਜੀ ਤੇ ਸਾਹਿਬਜ਼ਾਦਿਆਂ ਅੱਗੇ ਲਿਆ ਰੱਖਿਆ। ਦੂਜੇ ਦਿਨ ਗੁਰੂ ਦੇ ਲੰਗਰ ਦਾ ਇੱਕ ਸੇਵਾਦਾਰ ਗੰਗੂ ਬ੍ਰਾਹਮਣ ਸੂ ਸੁਣ ਕੇ ਉਹਨਾਂ ਦੇ ਕੋਲ ਆ ਪਹੁੰਚਿਆ। ਮਾਤਾ ਜੀ ਨੂੰ ਬੇਨਤੀ ਕਰਨ ਲੱਗਾ ਕਿ ਆਪ ਮੇਰੇ ਨਾਲ ਮੇਰੇ ਪਿੰਡ ਖੇੜੀ ਚੱਲੋ, ਉੱਥੇ ਆਪ ਨੂੰ ਕਿਸੇ ਪ੍ਰਕਾਰ ਦੀ ਖੇਚਲ ਨਹੀਂ ਹੋਵੇਗੀ। ਮਾਤਾ ਜੀ ਸਾਹਿਬਜ਼ਾਦਿਆਂ ਨਾਲ ਗੰਗੂ ਦੇ ਪਿੰਡ ਚੱਲ ਪਏ। ਸ਼ਾਮ ਨੂੰ ਰਹਿਰਾਸ ਸਾਹਿਬ ਦਾ ਪਾਠ ਕਰਕੇ ਮਾਤਾ ਜੀ ਤੇ ਸਾਹਿਬਜ਼ਾਦੇ ਗੰਗੂ ਦੇ ਘਰ ਸੌਂ ਗਏ। ਗੰਗੂ ਸਵੇਰੇ ਸਿੱਧਾ ਮੁਰਿੰਡੇ ਕੋਤਵਾਲ ਕੋਲ ਜਾ ਪਹੁੰਚਿਆ ਤੇ ਕੋਤਵਾਲ ਨੂੰ ਇਤਲਾਹ ਦਿੱਤੀ ਕਿ ਮਾਤਾ ਜੀ ਤੇ ਛੋਟੇ ਸਾਹਿਬਜ਼ਾਦੇ ਮੇਰੇ ਘਰ ਲੁਕੇ ਹੋਏ ਹਨ। ਇਹ ਸੁਣ ਕੇ ਕੋਤਵਾਲ ਨੇ ਗੰਗੂ ਦੇ ਨਾਲ ਆਪਣੇ 2 ਸਿਪਾਹੀ ਭੇਜੇ। ਗੁਰੂ ਜੀ ਦੀ ਮਾਤਾ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਕੇ ਆਪਣੇ ਨਾਲ ਲੈ ਆਏ। ਰਾਤ ਨੂੰ ਮਾਤਾ ਜੀ ਨੂੰ ਤੇ ਸਾਹਿਬਜ਼ਾਦਿਆਂ ਨੂੰ ਮੁਰਿੰਡੇ ਦੀ ਹਵਾਲਾਤ ਵਿੱਚ ਰੱਖਿਆ ਗਿਆ ਤੇ ਦੂਜੇ ਦਿਨ ਸਰਹੰਦ ਪਹੁੰਚ ਕੇ ਮਾਤਾ ਜੀ ਨੂੰ ਤੇ ਦੋਹੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਰੱਖਿਆ ਗਿਆ। ਸਾਹਿਬਜ਼ਾਦੇ ਜ਼ੋਰਾਵਰ ਸਿੰਘ ਜੀ ਤੇ ਫਤਿਹ ਸਿੰਘ ਜੀ ਆਪਣੀ ਦਾਦੀ ਜੀ ਕੋਲੋਂ ਗੁਰੂ ਦੇ ਆਦਰਸ਼ਾਂ ਬਾਰੇ ਸਾਖੀਆਂ ਸੁਣਦੇ ਰਹੇ। ਸਾਹਿਬਜ਼ਾਦਿਆਂ ਦੀ ਕਚਹਿਰੀ ਵਿੱਚ ਪੇਸ਼ੀ ਹੋਣ ਕਾਰਨ ਨਵਾਬ ਦੇ 2 ਸਿਪਾਹੀ ਉਹਨਾਂ ਨੂੰ ਲੈਣ ਪੁੱਜੇ। ਜਦੋਂ ਸਾਹਿਬਜ਼ਾਦੇ ਕਚਹਿਰੀ ਦੇ ਕੋਲ ਪਹੁੰਚੇ ਤਾਂ ਉਹਨਾਂ ਦੇਖਿਆ ਕਿ ਵੱਡਾ ਦਰਵਾਜ਼ਾ ਬੰਦ ਕਰ ਦਿੱਤਾ ਗਿਆ ਹੈ ਤੇ ਨਿੱਕੀ ਜਿਹੀ ਬਾਰੀ ਖੋਲ ਦਿੱਤੀ ਗਈ ਹੈ ਜਿਸ ਦੇ ਅੰਦਰ ਜਾਣ ਲਈ ਝੁਕਣਾ ਪੈਂਦਾ ਹੈ। ਸੂਝਵਾਨ ਸਾਹਿਬਜ਼ਾਦੇ ਹਾਕਮਾਂ ਦੀ ਚਾਲ ਸਮਝ ਗਏ। ਬੜੀ ਚੁਸਤੀ ਨਾਲ ਉਹਨਾਂ ਪਹਿਲਾਂ ਆਪਣੇ ਚਰਨ ਅੰਦਰ ਕੀਤੇ ਤੇ ਬਿਨਾਂ ਸੀਸ ਝੁਕਾਏ ਉਹ ਅੰਦਰ ਦਾਖਲ ਹੋ ਗਏ। ਵਜ਼ੀਰ ਖਾਨ ਦੀ ਕਚਹਿਰੀ ਵਿੱਚ ਸਾਹਿਬਜ਼ਾਦਿਆਂ ਨੇ ਅੰਦਰ ਵੜਦਿਆਂ ਹੀ ਗੱਜ ਕੇ ਫਤਿਹ ਬੁਲਾਈ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਵਾਬ ਬੋਲਿਆ, ਬੱਚਿਓ ਤੁਸੀਂ ਬਹੁਤ ਹੀ ਚੰਗੇ ਲੱਗ ਰਹੇ ਹੋ। ਇਸਲਾਮ ਨੂੰ ਬੜਾ ਹੀ ਫਖਰ ਹੋਵੇਗਾ ਜੇਕਰ ਤੁਸੀਂ ਇਸਲਾਮ ਧਰਮ ਕਬੂਲ ਕਰ ਲਓ। ਸਾਹਿਬਜ਼ਾਦਿਆਂ ਨੇ ਕਿਹਾ, ਸਾਨੂੰ ਸਾਡਾ ਧਰਮ ਬਹੁਤ ਪਿਆਰਾ ਹੈ, ਸੰਸਾਰੀ ਵਸਤੂਆਂ ਸਾਡੇ ਲਈ ਤੁੱਛ ਹਨ। ਉਹਨਾਂ ਦਾ ਇਹ ਜਵਾਬ ਸੁਣ ਕੇ ਨਵਾਬ ਨੂੰ ਗੁੱਸਾ ਆਇਆ। ਨਵਾਬ ਕਾਜੀ ਨੂੰ ਕਹਿਣ ਲੱਗਾ ਕਿ ਸੁਣ ਲਿਆ ਇਹਨਾਂ ਬਾਗੀਆਂ ਦਾ ਗੁਸਤਾਖੀ ਭਰਿਆ ਜਵਾਬ, ਇਹਨਾਂ ਨੂੰ ਮਾਸੂਮ ਨਾ ਸਮਝੋ, ਇਹਨਾਂ ਨੂੰ ਸਜ਼ਾ ਦੇਣੀ ਪਵੇਗੀ। ਕਾਜੀ ਨੇ ਕਿਹਾ, ਇਹਨਾਂ ਨੇ ਜ਼ੁਲਮ ਤਾਂ ਕੋਈ ਨਹੀਂ ਕੀਤਾ। ਦੀਵਾਨ ਸੁੱਠਾਨੰਦ ਨੇ ਸਾਹਿਬਜ਼ਾਦਿਆਂ ਨੂੰ ਪੁੱਛਿਆ, ਜੇਕਰ ਤੁਹਾਨੂੰ ਛੱਡ ਦਿੱਤਾ ਜਾਵੇ ਤਾਂ ਤੁਸੀਂ ਕਿੱਥੇ ਜਾਓਗੇ? ਸਾਹਿਬਜ਼ਾਦੇ ਜ਼ੋਰਾਵਰ ਸਿੰਘ ਜੀ ਨੇ ਜਵਾਬ ਦਿੱਤਾ, ਜੰਗਲਾਂ ਵਿੱਚ ਜਾਵਾਂਗੇ, ਸਿੱਖ ਇਕੱਠੇ ਕਰਾਂਗੇ, ਘੋੜੇ ਲਿਆਵਾਂਗੇ ਤੇ ਤੁਹਾਡੇ ਨਾਲ ਯੁੱਧ ਲੜਾਂਗੇ। ਇਹ ਸੁਣ ਕੇ ਕੁਝ ਦੇਰ ਮਗਰੋਂ ਨਵਾਬ ਨੇ ਫਤਵਾ ਦਿੱਤਾ, ਇਹ ਬੱਚੇ ਗੁਸਤਾਖੀ ਕਰ ਰਹੇ ਹਨ, ਇਹ ਬੱਚੇ ਬਗਾਵਤ ਤੇ ਤੁਲੇ ਹੋਏ ਹਨ, ਇਹਨਾਂ ਨੂੰ ਜ਼ਿੰਦਾ ਨੀਹਾਂ ਵਿੱਚ ਚੁਣਵਾ ਦਿੱਤਾ ਜਾਵੇ। ਦੋਵੇਂ ਸਾਹਿਬਜ਼ਾਦੇ ਨਵੀਂ ਬਣ ਰਹੀ ਦੀਵਾਰਾਂ ਵਿੱਚ ਖੜੇ ਕਰ ਦਿੱਤੇ ਗਏ। ਕਾਜ਼ੀ ਨੇ ਉਹਨਾਂ ਨੂੰ ਇੱਕ ਵਾਰ ਹੋਰ ਪੁੱਛਿਆ, ਦੀਨ ਕਬੂਲ ਕਰ ਲਓ, ਪਰ ਸਾਹਿਬਜ਼ਾਦਿਆਂ ਨੇ ਕਿਹਾ, ਜਲਦੀ ਕਰੋ, ਢਿੱਲ ਕਿਉਂ ਕਰਦੇ ਹੋ, ਪਾਪਾਂ ਦੀ ਦੀਵਾਰ ਹੋਰ ਉੱਚੀ ਕਰੋ। ਇਹ ਕਹਿ ਕੇ ਦੋਵੇਂ ਸਾਹਿਬਜ਼ਾਦੇ ਜਪਜੀ ਸਾਹਿਬ ਦਾ ਪਾਠ ਕਰਨ ਲੱਗ ਪਏ। ਜਲਾਦਾਂ ਨੇ ਦੀਵਾਰ ਦੀ ਚਿਣਾਈ ਸ਼ੁਰੂ ਕਰ ਦਿੱਤੀ। ਦੀਵਾਰ ਛੋਟੇ ਸਾਹਿਬਜ਼ਾਦਿਆਂ ਦੇ ਗਲੇ ਤੱਕ ਪਹੁੰਚ ਗਈ। ਥੋੜੀ ਦੇਰ ਮਗਰੋਂ ਦੋਵੇਂ ਸਾਹਿਬਜ਼ਾਦੇ ਬੇਹੋਸ਼ ਹੋ ਗਏ। ਦੀਵਾਰ ਡਿੱਗ ਪਈ ਤੇ ਬੇਰ ਹੋਏ ਸਾਹਿਬਜ਼ਾਦਿਆਂ ਨੂੰ ਬਾਹਰ ਕੱਢ ਕੇ ਜ਼ਮੀਨ ਤੇ ਲਿਟਾ ਦਿੱਤਾ ਗਿਆ ਤੇ ਸ਼ਹੀਦ ਕਰ ਦਿੱਤਾ ਗਿਆ। ਇੱਧਰ ਸਾਹਿਬਜ਼ਾਦੇ ਸ਼ਹੀਦ ਹੋਏ ਤੇ ਉੱਧਰ ਬੁਰਜ ਵਿੱਚ ਸਮਾਧੀ ਲਾ ਕੇ ਮਾਤਾ ਗੁਜਰੀ ਜੀ ਨੇ ਆਪਣੇ ਪ੍ਰਾਣ ਤਿਆਗ ਦਿੱਤੇ। ਉਸ ਰਾਤ ਇੱਕ ਦੀਵਾਨ ਟੋਡਰਮਲ, ਜੋ ਇੱਕ ਜਫਰੀ ਸੀ, ਨਵਾਬ ਵਜ਼ੀਰ ਖਾਨ ਕੋਲ ਜਾ ਪੁੱਜਾ ਤੇ ਕਹਿਣ ਲੱਗਾ, ਇਹਨਾਂ ਬੱਚਿਆਂ ਦੇ ਸੰਸਕਾਰ ਦੀ ਇਜਾਜ਼ਤ ਦਿੱਤੀ ਜਾਵੇ। ਨਵਾਬ ਨੇ ਕਿਹਾ, ਜਿੰਨੀ ਜਗ੍ਹਾ ਸੰਸਕਾਰ ਲਈ ਚਾਹੀਦੀ ਹੈ ਉਨੀ ਜਗ੍ਹਾ ਤੇ ਮੋਹਰਿਆਂ ਵਿਛਾ ਕੇ ਮੁੱਲ ਉਤਾਰਨਾ ਪਵੇਗਾ। ਟੋਡਰਮਲ ਨੇ ਨਿਸ਼ਾਨ ਲਾ ਲਿਆ, ਜਿੰਨੀ ਜਗ੍ਹਾ ਸੰਸਕਾਰ ਲਈ ਚਾਹੀਦੀ ਸੀਗੀ ਤੇ ਸੋਨੇ ਦੀ ਮੋਹਰਾਂ ਵਿਛਾ ਕੇ ਮੁੱਲ ਉਤਾਰ ਦਿੱਤਾ। ਦੋਵੇਂ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਦਾ ਬੜੇ ਸਤਿਕਾਰ ਨਾਲ ਸੰਸਕਾਰ ਕਰ ਦਿੱਤਾ ਗਿਆ। ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਨੇ ਬੜੀ ਹੀ ਛੋਟੀ ਉਮਰ ਵਿੱਚ ਸ਼ਹੀਦੀ ਦਿੱਤੀ, ਪਰੰਤੂ ਧਰਮ ਨਹੀਂ ਬਦਲਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। Then tell me about end time of Guru Gobind Singh Ji. As I told you earlier, he is immortal, that is Chiranjeev, and he is still alive. Now Rajveer will tell us more about it. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ 10ਵੇਂ ਗੁਰੂ ਹਨ। ਇਹਨਾਂ ਦਾ ਜਨਮ 1666 ਈਸਵੀ ਨੂੰ ਪਟਨਾ ਸਾਹਿਬ ਵਿਖੇ ਹੋਇਆ। ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਜੀ ਦਾ ਨਾਂ ਗੁਰੂ ਤੇਗ ਬਹਾਦਰ ਜੀ ਤੇ ਮਾਤਾ ਜੀ ਦਾ ਨਾਂ ਮਾਤਾ ਗੁਜਰ ਕੌਰ ਜੀ ਹੈ। ਪਿਤਾ ਜੀ ਦੀ ਸ਼ਹਾਦਤ ਤੋਂ ਬਾਅਦ ਆਪ ਜੀ 9 ਸਾਲ ਦੀ ਉਮਰ ਵਿੱਚ ਕੁਰਤਾ ਗੱਦੀ ਤੇ ਵਿਰਾਜਮਾਨ ਹੋਏ। 1699 ਦੀ ਵਿਸਾਖੀ ਵਾਲੇ ਦਿਨ 5 ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਖਾਲਸਾ ਪੰਥ ਦੀ ਨੀਂਹ ਰੱਖੀ ਤੇ ਆਪ 5 ਪਿਆਰਿਆਂ ਪਾਸੋਂ ਅੰਮ੍ਰਿਤ ਛਕਿਆ। ਆਪ ਜੀ ਦੇ 4 ਸਾਹਿਬਜ਼ਾਦੇ ਹਨ। ਇਹਨਾਂ ਦੀ ਵੱਧਦੀ ਤਾਕਤ ਉਸ ਸਮੇਂ ਦੇ ਹਾਕਮ ਔਰੰਗਜ਼ੇਬ ਨੂੰ ਰਾਸ ਨਾ ਆਈ ਤੇ ਉਸ ਨੇ ਇਹਨਾਂ ਤੇ ਹਮਲਾ ਕਰਵਾ ਦਿੱਤਾ। ਵੱਡੇ ਸਾਹਿਬਜ਼ਾਦੇ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋ ਗਏ। ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣ ਕੇ ਸ਼ਹੀਦ ਕੀਤਾ ਗਿਆ, ਪਰ ਉਹਨਾਂ ਨੇ ਸਿੱਖੀ ਨਹੀਂ ਛੱਡੀ। ਚਾਰੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜੇ ਦੇ ਜੰਗਲਾਂ ਵਿੱਚ ਆਰਾਮ ਕਰ ਰਹੇ ਸਨ। ਉਸ ਸਮੇਂ 2 ਪਠਾਨ ਭਰਾਵਾਂ ਨਵੀ ਖਾਂ ਤੇ ਗਨੀ ਖਾਂ ਨੇ ਗੁਰੂ ਜੀ ਨੂੰ ਫੌਜ ਦੇ ਘੇਰੇ ਤੋਂ ਬਚਾਉਣ ਲਈ ਉੱਚ ਦਾ ਪੀਰ ਬਣਾ ਕੇ ਗੁਰੂ ਜੀ ਨੂੰ ਜੰਗਲ ਤੋਂ ਬਾਹਰ ਕੱਢਿਆ ਤੇ ਫਿਰ ਗੁਰੂ ਜੀ ਦਮਦਮਾ ਸਾਹਿਬ ਪਹੁੰਚੇ। ਦਮਦਮਾ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਪਾਸੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਕਰਵਾਈ। ਗੁਰੂ ਸਾਹਿਬ ਜੀ ਨੇ ਸਿੱਖਾਂ ਕੋਲ ਗੁਰੂ ਗ੍ਰੰਥ ਸਾਹਿਬ ਜੀ ਅਨੰਦਪੁਰ ਸਾਹਿਬ, ਪਟਨਾ ਸਾਹਿਬ ਤੇ ਅਕਾਲ ਤਖਤ ਸਾਹਿਬ ਪਹੁੰਚਾ ਦਿੱਤੇ ਤੇ ਇੱਕ ਉੱਥੇ ਹੀ ਦਮਦਮਾ ਸਾਹਿਬ ਵਿਖੇ ਪ੍ਰਕਾਸ਼ਿਤ ਕੀਤੇ ਤੇ ਇੱਕ ਆਪਣੇ ਨਾਲ ਨੰਦੇੜ ਲੈ ਆਏ।
ਇੱਥੇ ਇਹਨਾਂ ਦੀ ਮੁਲਾਕਾਤ ਮਾਧੋ ਦਾਸ ਬੈਰਾਗੀ ਨਾਲ ਹੋਈ, ਜਿਸ ਨੂੰ ਗੁਰੂ ਜੀ ਨੇ ਅੰਮ੍ਰਿਤ ਛਕਾ ਕੇ ਗੁਰਬਖਸ਼ ਸਿੰਘ ਨਾਂ ਰੱਖਿਆ ਤੇ ਜਿਸ ਨੂੰ ਬੰਦਾ ਸਿੰਘ ਬਹਾਦਰ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਜਿਸ ਨੇ ਪੰਜਾਬ ਆ ਕੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਕੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲਿਆ। ਨੰਦੇੜ ਵਿੱਚ ਇੱਕ ਦਿਨ ਗੁਰੂ ਜੀ ਆਰਾਮ ਕਰ ਰਹੇ ਸਨ ਤੇ ਇੱਕ ਪਠਾਨ ਨੇ ਗੁਰੂ ਜੀ ਦੀ ਬੱਖੀ ਵਿੱਚ ਛੁਰਾ ਮਾਰ ਦਿੱਤਾ। ਵੈਦ ਨੇ ਜ਼ਖਮ ਤੇ ਟਾਂਕੇ ਲਗਾਏ ਤੇ ਮਰਮ ਪੱਟੀ ਕੀਤੀ। ਕੁਝ ਦਿਨਾਂ ਵਿੱਚ ਗੁਰੂ ਸਾਹਿਬ ਜੀ ਠੀਕ ਹੋ ਗਏ, ਪਰ ਇੱਕ ਦਿਨ ਤੀਰ ਦਾ ਚੀਲਾ ਖਿੱਚਣ ਲੱਗੇ ਉਹਨਾਂ ਦਾ ਜ਼ਖਮ ਫਟ ਗਿਆ। ਗੁਰੂ ਜੀ ਸਮਝ ਗਏ ਕਿ ਉਹਨਾਂ ਦਾ ਅੰਤਮ ਸਮਾਂ ਆ ਗਿਆ ਹੈ। ਗੁਰੂ ਜੀ ਨੇ ਸਾਰੀ ਸੰਗਤ ਨੂੰ ਬੁਲਾਇਆ, ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ, 5 ਪੈਸੇ ਤੇ ਨਾਰੀਅਲ ਰੱਖ ਕੇ ਮੱਥਾ ਟੇਕਿਆ ਤੇ ਕਿਹਾ ਕਿ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਭਾਓ ਅੱਜ ਤੋਂ ਬਾਅਦ ਤੁਹਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਹੋਣਗੇ ਤੇ ਆਪ ਸੱਚਖੰਡ ਬਿਆਨਾ ਹੋ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਗੁਰਸਮਨ ਸਿੰਘਲ ਤੁਹਾਡੇ ਸਾਰਿਆਂ ਨਾਲ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਉੱਤੇ ਇੱਕ ਕਵਿਤਾ ਪੇਸ਼ ਕਰਨ ਜਾ ਰਿਹਾ ਹਾਂ। ਚਾਰੇ ਪੁੱਤਰ ਧਰਮ ਤੋਂ ਵਾਰੇ, ਚਾਰੇ ਪੁੱਤਰ ਧਰਮ ਤੋਂ ਵਾਰੇ, ਉਸ ਫਿਰ ਵੀ ਸ਼ੁਕਰ ਬਣਾਇਆ, ਤਾਈਓ ਕਲਗੀਆਂ ਵਾਲੇ ਤੈਨੂੰ ਸਭ ਨੇ ਸੀਸ ਨਿਵਾਇਆ, ਤਾਈਓ ਕਲਗੀਆਂ ਵਾਲੇ ਤੈਨੂੰ ਸਭ ਨੇ ਸੀਸ ਨਿਵਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਸੁਣੀਏ ਗੁਰੂ ਗੋਬਿੰਦ ਸਿੰਘ ਜੀ ਦੀ ਪੁਕਾਰ ਸਾਨੂੰ, ਆਓ ਸੁਣੀਏ ਗੁਰੂ ਗੋਬਿੰਦ ਸਿੰਘ ਜੀ ਦੀ ਪੁਕਾਰ ਸਾਨੂੰ। ਸਾਡੇ ਦੇਸ਼ ਤੇ ਬਣੀ ਹੈ ਭੀੜ ਭਾਰੀ, ਅੱਜ ਧਰਮ ਦੇ ਨਾਂ ਤੇ ਵਿਤਕਰੇ ਪੈ ਰਹੇ ਨੇ, ਸਭ ਇੱਕ ਦੂਜੇ ਨੂੰ ਦੋਸ਼ੀ ਕਹਿ ਰਹੇ ਨੇ, ਸਭ ਇੱਕ ਦੂਜੇ ਨੂੰ ਦੋਸ਼ੀ ਕਹਿ ਰਹੇ ਨੇ। ਵਿਤਕਰਿਆਂ ਵਿੱਚ ਨਾ ਪਵੋ ਵੀਰੋ, ਯਾਦ ਕਰੋ ਉਸ ਬਾਜਾਂ ਵਾਲੇ ਦੀ ਕੁਰਬਾਨੀ ਨੂੰ, ਪੁੱਤਰ ਵਾਰਨੇ ਨਹੀਂ ਸੌਖੇ, ਯਾਦ ਕਰੋ ਉਸ ਸਰਬੰਸ ਦੇ ਦਾਨੀ ਨੂੰ, ਯਾਦ ਕਰੋ ਉਸ ਸਰਬੰਸ ਦੇ ਦਾਨੀ ਨੂੰ। ਗੁਰੂ ਹੋਏ ਵੀ ਨੇ, ਗੁਰੂ ਹੋਣਗੇ ਵੀ, ਪਰ ਉਹਦੇ ਜਿਹਾ ਗੁਰੂ ਨਹੀਂ ਕੋਈ ਹੋ ਸਕਦਾ। ਪੁੱਤਰ ਵਾਰ ਕੇ ਪਿਤਾ ਦਾ ਸੀਸ ਕਟਾ ਕੇ ਟਿੰਡ ਦਾ ਸਰਾਣਾ ਲਾ ਸਕਦਾ, ਪੁੱਤਰ ਵਾਰ ਕੇ ਪਿਤਾ ਦਾ ਸੀਸ ਕਟਾ ਕੇ ਟਿੰਡ ਦਾ ਸਰਾਣਾ ਲਾ ਸਕਦਾ। ਮੁਰਦਾ ਕੌਮ ਨੂੰ ਜਗਾਉਣ ਲਈ, ਖਾਲਸੇ ਵਿੱਚ ਨਵਾਂ ਜੋਸ਼ ਪਾਉਣ ਲਈ, ਊਚ ਨੀਚ ਦਾ ਭੇਦ ਮਿਟਾਉਣ ਲਈ ਉਹਨਾਂ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ। ਪਿਆ ਕੇ 2 ਬੂੰਦਾਂ 1.25 ਲੱਖ ਨਾਲ ਇੱਕ ਲੜਾ ਕੇ, ਨਾਲ ਚਿੜੀਆਂ ਦੇ ਬਾਜ ਲੜਾ ਦਿੱਤਾ, ਨਾਲ ਚਿੜੀਆਂ ਦੇ ਬਾਜ ਲੜਾ ਦਿੱਤਾ। ਯਾਦ ਕਰੋ ਵੀਰੋ, ਯਾਦ ਕਰੋ, ਯਾਦ ਕਰੋ ਵੀਰੋ, ਚਮਕੌਰ ਦੀ ਦਿੱਤੀ ਸਰਹੰਦ ਨੂੰ, ਜਿੱਤੇ ਅੰਮ੍ਰਿਤ ਦੇ ਦਾਗ ਦੇ ਬਦਲੇ ਗੁਰੂ ਸਾਹਿਬ ਨੇ ਆਪਣਾ ਸਾਰਾ ਸਰਬੰਸ ਲੁਟਾ ਦਿੱਤਾ, ਗੁਰੂ ਸਾਹਿਬ ਨੇ ਆਪਣਾ ਸਾਰਾ ਸਰਬੰਸ ਲੁਟਾ ਦਿੱਤਾ। ਵਿਰੁੱਧ ਜ਼ੁਲਮ ਦੇ ਘੋਲ ਕਰਕੇ ਉਹਨਾਂ ਨਵਾਂ ਇਤਿਹਾਸ ਰਚਾ ਦਿੱਤਾ, ਉਹਨਾਂ ਨਵਾਂ ਇਤਿਹਾਸ ਰਚਾ ਦਿੱਤਾ। ਯਾਦ ਕਰੋ ਉਹਨਾਂ ਸ਼ੇਰਾਂ ਨੂੰ, ਯਾਦ ਕਰੋ ਉਹਨਾਂ ਸ਼ੇਰਾਂ ਨੂੰ, ਜਿਨ੍ਹਾਂ ਲਾ ਕੇ ਜਾਮ ਗੁਰੂ ਗੋਬਿੰਦ ਸਿੰਘ ਦਾ, ਖੋਪੜੇ ਲਹਾ ਕੇ ਸੀਸ ਕਟਾ ਕੇ ਸਾਰੀ ਦੁਨੀਆ ਵਿੱਚ ਨਾਂ ਚਮਕਾ ਦਿੱਤਾ, ਸਾਰੀ ਦੁਨੀਆ ਵਿੱਚ ਨਾਂ ਚਮਕਾ ਦਿੱਤਾ। ਦੁੱਖ ਝੱਲ ਕੇ ਆਪਣੀ ਜਿੰਦ ਉੱਤੇ, ਦੁੱਖ ਝੱਲ ਕੇ ਆਪਣੀ ਜਿੰਦ ਉੱਤੇ ਉਹਨਾਂ ਆਪਣੇ ਹਿੰਦ ਦਾ ਨਾਂ ਰੌਸ਼ਨ ਕਰਾ ਦਿੱਤਾ, ਉਹਨਾਂ ਆਪਣੀ ਹਿੰਦ ਦਾ ਨਾਂ ਰੌਸ਼ਨ ਕਰਾ ਦਿੱਤਾ। ਸੂਰਜ ਚੰਦ ਹਮੇਸ਼ਾ ਨਹੀਂ ਰਹਿ ਸਕਦੇ, ਸਦਾ ਰਹੇਗਾ ਨਾ ਗੁਰੂ ਗੋਬਿੰਦ ਸਿੰਘ ਦਾ, ਸਦਾ ਰਹੇਗਾ ਨਾ ਗੁਰੂ ਗੋਬਿੰਦ ਸਿੰਘ ਦਾ। ਬੋਲੇ ਸੋਨੇਹਾਰ, ਸਤਿ ਸ੍ਰੀ ਅਕਾਲ। Is it? Please tell me more. Gurdwara Nanded Sahib Ji and Gurdwara Patna Sahib Ji were the sacred places built by Guru Gobind Singh Ji. And now Harman Singh will tell you furthermore. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਹਰਮਨ ਸਿੰਘ 8ਵੀਂ ਦਾ ਵਿਦਿਆਰਥੀ ਹਾਂ। ਅੱਜ ਤੁਹਾਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਗੁਰਦੁਆਰਿਆਂ ਬਾਰੇ ਕੁਝ ਦੱਸਣ ਜਾ ਰਿਹਾ ਹਾਂ। ਦਸਮ ਪਿਤਾ ਵਰਗੀ ਜਗ ਅੰਦਰ ਘਾਲ ਸਕਦਾ ਹੋਰ ਘਾਲ ਕੋਈ ਨਹੀਂ, ਜਿਹੜਾ ਪੁੱਤ ਵਾਰੇ ਐਸਾ ਪਿਤਾ ਕੋਈ ਨਹੀਂ, ਜਿਹੜਾ ਪਿਤਾ ਵਾਰੇ ਐਸਾ ਬਾਲ ਕੋਈ ਨਹੀਂ, ਜਿਹੜਾ ਪਿਤਾ ਵਾਰੇ ਐਸਾ ਬਾਲ ਕੋਈ ਨਹੀਂ। ਤਖਤ ਸ੍ਰੀ ਪਟਨਾ ਸਾਹਿਬ, ਇੱਥੇ ਗੁਰੂ ਜੀ ਦਾ ਜਨਮ 1666 ਈਸਵੀ ਨੂੰ ਹੋਇਆ ਸੀ। ਇਹ ਗੁਰਦੁਆਰਾ ਸਾਹਿਬ ਬਿਹਾਰ ਵਿੱਚ ਸਥਿਤ ਹੈ। ਤਖਤ ਸ੍ਰੀ ਕੇਸਗੜ੍ਹ ਸਾਹਿਬ, ਇੱਥੇ ਗੁਰੂ ਜੀ ਨੇ 13 ਅਪ੍ਰੈਲ 1699 ਈਸਵੀ ਨੂੰ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਥਾਪਨਾ
ਪੰਜ ਪਿਆਰਿਆਂ ਅਤੇ ਖੁਦ ਨੂੰ ਅੰਮ੍ਰਿਤ ਛਕਾ ਕੇ ਕੀਤੀ ਸੀ। ਇਹ ਗੁਰਦੁਆਰਾ ਸਾਹਿਬ ਆਨੰਦਪੁਰ ਸਾਹਿਬ ਵਿੱਚ ਸਥਿਤ ਹੈ। ਕਿਲਾ ਆਨੰਦਗੜ੍ਹ ਸਾਹਿਬ, ਇਹ ਗੁਰਦੁਆਰਾ ਗੁਰੂ ਜੀ ਦੇ ਵੱਲੋਂ ਬਣਵਾਏ 5 ਕਿਲਿਆਂ ਵਿੱਚੋਂ ਇੱਕ ਕਿਲਾ ਹੈ। ਇਹ ਕਿਲਾ ਆਨੰਦਪੁਰ ਸਾਹਿਬ ਵਿਖੇ ਸਥਿਤ ਹੈ। ਗੁਰਦੁਆਰਾ ਸ਼੍ਰੀ ਭੱਠਾ ਸਾਹਿਬ ਪੰਜਾਬ ਵਿੱਚ ਸਥਿਤ ਹੈ। ਜਦੋਂ ਗੁਰੂ ਜੀ ਆਨੰਦਪੁਰ ਦਾ ਕਿਲਾ ਛੱਡ ਕੇ ਰਸਤੇ ਵਿੱਚ ਆ ਰਹੇ ਸਨ ਤਾਂ ਉਹਨਾਂ ਦੇ ਘੋੜੇ ਦੇ ਪੈਰ ਗਰਮ ਭੱਠੇ ਤੇ ਪੈ ਗਏ, ਜਿਸ ਕਰਕੇ ਤਪਦਾ ਹੋਇਆ ਭੱਠਾ ਸ਼ਾਂਤ ਹੋ ਗਿਆ, ਜਿਸ ਕਰਕੇ ਇਸ ਗੁਰਦੁਆਰਾ ਸਾਹਿਬ ਦਾ ਨਾਮ ਭੱਠਾ ਸਾਹਿਬ ਹੈ। ਗੁਰਦੁਆਰਾ ਸ਼੍ਰੀ ਚਮਕੌਰ ਸਾਹਿਬ ਪੰਜਾਬ ਵਿੱਚ ਸਥਿਤ ਹੈ। ਇੱਥੇ ਗੁਰੂ ਸਾਹਿਬ ਜੀ ਦੁਆਰਾ 2 ਜੰਗਾਂ ਲੜੀਆਂ ਗਈਆਂ, 1702 ਅਤੇ 1704 ਈਸਵੀ ਨੂੰ, ਜਿਸ ਵਿੱਚ ਗੁਰੂ ਜੀ ਦੇ 2 ਵੱਡੇ ਸਾਹਿਬਜ਼ਾਦੇ ਵੀ ਸ਼ਹੀਦ ਹੋ ਗਏ। ਗੁਰਦੁਆਰਾ ਸ਼੍ਰੀ ਚਰਨ ਕਮਲ ਸਾਹਿਬ, ਇੱਥੇ ਗੁਰੂ ਸਾਹਿਬ ਜੀ ਚਮਕੌਰ ਸਾਹਿਬ ਦੀ ਜੰਗ ਤੋਂ ਬਾਅਦ ਮਾਛੀਵਾੜੇ ਦੇ ਜੰਗਲਾਂ ਵਿੱਚ ਆਰਾਮ ਕਰਨ ਵਾਸਤੇ ਰੁਕੇ ਸਨ। ਇਹ ਗੁਰਦੁਆਰਾ ਮਾਛੀਵਾੜੇ ਦੇ ਜੰਗਲਾਂ ਵਿੱਚ ਸਥਾਪਿਤ ਕੀਤਾ ਗਿਆ ਹੈ। ਗੁਰਦੁਆਰਾ ਸ਼੍ਰੀ ਚੌਰਮਰ ਖੇੜਾ ਸਾਹਿਬ, ਇਹ ਗੁਰਦੁਆਰਾ ਸਾਹਿਬ ਹਰਿਆਣੇ ਦੇ ਸਿਰਸਾ ਜ਼ਿਲ੍ਹੇ ਵਿੱਚ ਸਥਿਤ ਹੈ। ਇੱਥੇ ਗੁਰੂ ਸਾਹਿਬ ਜੀ ਇੱਕ ਰਾਤ ਆਰਾਮ ਕਰਨ ਵਾਸਤੇ ਰੁਕੇ ਸਨ। ਗੁਰਦੁਆਰਾ ਸ਼੍ਰੀ ਪੌਂਟਾ ਸਾਹਿਬ ਉੱਤਰਾਖੰਡ ਵਿੱਚ ਸਥਿਤ ਹੈ। ਇੱਥੇ ਗੁਰੂ ਜੀ ਨੇ ਆਪਣੇ ਯੋਧਿਆਂ ਨੂੰ ਸ਼ਾਸਤਰ ਵਿਦਿਆ ਸਿਖਾਈ ਅਤੇ ਇੱਥੇ ਹੀ ਗੁਰੂ ਸਾਹਿਬ ਜੀ ਨੇ ਸਾਹਿਤ ਦੀ ਰਚਨਾ ਕੀਤੀ ਸੀ। ਤਖਤ ਸ਼੍ਰੀ ਹਜੂਰ ਸਾਹਿਬ ਅਬਚਲ ਨਗਰ, ਇਹ ਗੁਰਦੁਆਰਾ ਸਾਹਿਬ ਨਾਂਦੇੜ ਮਹਾਰਾਸ਼ਟਰ ਵਿੱਚ ਸਥਿਤ ਹੈ। ਇੱਥੇ ਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੇਹਧਾਰੀ ਗੁਰੂ ਦੀ ਪ੍ਰਥਾ ਨੂੰ ਬੰਦ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਗੁਰੂ ਮੰਨਿਆ ਸੀ ਅਤੇ ਕਿਹਾ ਸੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ। ਅਤੇ ਇੱਥੇ ਹੀ ਗੁਰੂ ਸਾਹਿਬ ਜੀ 1708 ਈਸਵੀ ਨੂੰ ਜੋਤੀ ਜੋਤ ਸਮਾ ਗਏ। ਹੱਕ ਸੱਚ ਤੇ ਧਰਮ ਲਈ ਜੂਝਦੇ ਜੋ, ਉਹੀ ਰੱਬ ਦੇ ਪ੍ਰਵਾਨ ਹੁੰਦੇ, ਪਾਣਾ ਮਨ ਸਭ ਕੁਛ ਵਾਰ ਦੇ ਵੀ, ਪੂਜਣ ਯੋਗ ਉਹੀ ਹਸਤੀ ਮਹਾਨ ਹੁੰਦੇ, ਪੂਜਣ ਯੋਗ ਉਹ ਹਸਤੀ ਮਹਾਨ ਹੁੰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। अरे वाह, what a guru! Didi, please tell me any shabad of Guruji. Okay, now my friend Samarjit Singh will tell us the Shabad. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੁੱਕੀ ਆੜ ਬਹਾਰਾਂ ਦੀ ਰਤ ਆਈ, ਮੁੱਕੀ ਆੜ ਬਹਾਰਾਂ ਦੀ ਰਤ ਆਈ, ਰੱਬੀ ਰਹਿਮਤਾਂ ਤੇ ਬਦਨ ਤੇ ਛਾਏ ਹੋਏ ਨੇ, ਰੱਬੀ ਰਹਿਮਤਾਂ ਤੇ ਬਦਨ ਤੇ ਛਾਏ ਹੋਏ ਨੇ। ਨੂਰੀ ਜੋਤ ਦੇ ਦੁਸ਼ਮਣ ਦੀ ਦਾਰ ਦੇ ਲਈ, ਨੂਰੀ ਜੋਤ ਦੇ ਦੁਸ਼ਮਣ ਦੇ ਦਾਰ ਦੇ ਲਈ ਚਰਮਰ ਲੱਖਾਂ ਪਰਵਾਨੇ ਪਾਏ ਹੋਏ ਨੇ, ਚਰਮਰ ਲੱਖਾਂ ਪਰਵਾਨੇ ਪਾਏ ਹੋਏ ਨੇ। ਮਾਤਾ ਗੁਜਰੀ ਦੇ ਪਾਵਨ ਗੋਤ ਅੰਦਰ, ਮਾਤਾ ਗੁਜਰੀ ਦੇ ਪਾਵਨ ਗੋਤ ਅੰਦਰ ਆਸਣ ਬਾਲਾ ਪ੍ਰੀਤਮ ਨੇ ਲਾਏ ਹੋਏ ਨੇ, ਆਸਣ ਬਾਲਾ ਪ੍ਰੀਤਮ ਨੇ ਲਾਏ ਹੋਏ ਨੇ। ਅਰਸ਼ੀ ਚਾਂਦੇ ਚਾਨਣ ਤੇ ਕਰਮ ਸਜਦਾ, ਅਰਸ਼ੀ ਚਾਂਦੇ ਚਾਨਣ ਤੇ ਕਰਮ ਸਜਦਾ। ਤਾਰੇ ਅੰਬਰਾਂ ਤੋਂ ਚੱਲ ਆਏ ਹੋਏ ਨੇ, ਤਾਰੇ ਅੰਬਰਾਂ ਤੋਂ ਚੱਲ ਆਏ ਹੋਏ ਨੇ। 10ਵੇਂ ਜਮ ਵਿੱਚ ਨਾਨਕ ਨਿਰੰਕਾਰ ਆਇਆ, 10ਵੇਂ ਜਮ ਵਿੱਚ ਨਾਨਕ ਨਿਰੰਕਾਰ ਆਇਆ। ਭਾਰਤ ਮਾਂ ਦੁਖਿਆਰੇ ਦੀ ਜਿੰਦ ਬਣ ਕੇ, ਭਾਰਤ ਮਾਂ ਦੁਖਿਆਰੇ ਦੀ ਜਿੰਦ ਬਣ ਕੇ। ਸਾਡੀ ਗੁਲਾਮੀ ਨੂੰ ਕੱਟਣ ਲਈ, ਸਾਡੀ ਗੁਲਾਮੀ ਨੂੰ ਕੱਟਣ ਲਈ ਆਪੇ ਆਇਆ ਗੋਬਿੰਦ ਗੋਬਿੰਦ ਬਣ ਕੇ, ਆਪੇ ਆਇਆ ਗੋਬਿੰਦ ਗੋਬਿੰਦ ਬਣ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। Wow, Didi, wow, very interesting. Please tell me more, sir. Okay, buddy. Now my friend Parmeet Singh will tell you one more Shabad. ਮੇਰੇ ਵੱਲੋਂ ਤੁਸੀਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਪਰਮੀਤ ਕੌਰ ਜਮਾਤ 9ਵੀਂ ਔਰ ਤੋਂ ਤੁਹਾਡੇ ਸਾਹਮਣੇ ਇੱਕ ਸ਼ਬਦ ਪੇਸ਼ ਕਰ ਰਹੀ ਹਾਂ। कल की दशमेश पिताजी तेरे रंग निहारे, कल की दशमेश पिताजी तेरे रंग निहारे। नौवे गुरु ते माँ गुजरी ते सोने लाज दुलारे, कल की दशमेश पिताजी तेरे रंग निहारे।
नौवे गुरु ते माँ गुजरी दे सोने राज दुलारे कलगीधर दशमेश पिताजी छोटे अपने लाल तू दाता नीहा विच चिनाए छोटे अपने लाल तू दाता नीहा विच चिनाए ਵੱਡੇ ਦੋ ਚਮਕੌਰ ਕੜੀ ਵਿੱਚ ਕੌਮ ਦੇ ਲਈ ਖਿੜਾਏ ਦਿੱਲੀ ਦੇ ਵਿੱਚ ਵਾਰੇ ਧਰਮ ਦੇ ਮਾਤਰ ਪਿਤਾ ਪਿਆਰੇ ਦਿੱਲੀ ਦੇ ਵਿੱਚ ਵਾਰੇ ਧਰਮ ਦੇ ਮਾਤਰ ਪਿਤਾ ਪਿਆਰੇ ਨੌਵੇਂ ਗੁਰੂ ਤੇ ਮਾਂ ਗੁਜਰੀ ਦੇ ਸੋਨੇ ਰਾਜ ਦੁਲਾਰੇ ਕਲਗੀਧਰ ਦਸ਼ਮੇਸ਼ ਪਿਤਾ ਜੀ ਤੇਰੇ ਰੰਗ ਨਿਹਾਰੇ कलगीधर दशमेश पिताजी तेरे रंग निहारे नौवे गुरु ते माँ गुजरी दे सोने राज दुलारे कलगीधर दशमेश पिताजी 1.25 लाख दे नाल से अपना इको सिंह लड़ाया 1.25 लाख दे नाल से अपना इको सिंह लड़ाया बाद से चिड़िया देता कोलो दाता तू तुड़वाया बाज से चिड़िया देता कोलो दाता तू तुड़वाया गिदड़ा कोलो शेर बनाए तू है हिंदू सारे गिदड़ा कोलो शेर बनाए तू है हिंदू सारे नौवे गुरु ते माँ गुजरी दे सोने राज दुलारे कलगीधर दशमेश पिताजी तेरे रंग निहारे कलगीधर दशमेश पिताजी तेरे रंग निहारे नौवे गुरु ते माँ गुजरी दे सोने राज दुलारे कलगीधर दशमेश पिताजी धन्यवाद। Amazing Didi. Please, one more sabab. Okay, this is last. My friend Supreet Kaur will tell you one more shabad. ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਮੈਂ ਸੁਪ੍ਰੀਤ ਕੌਰ ਜਮਾਤ 9ਵੀਂ ਦੀ ਵਿਦਿਆਰਥੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਉੱਤੇ ਇੱਕ ਸ਼ਬਦ ਪ੍ਰਸਤੁਤ ਕਰਨ ਜਾ ਰਹੀ ਹਾਂ। छत्रधारी छत्री पत छैल रूप छितना छत्रधारी छत्री पत छैल रूप छितना छोणी कर छाया पर छत्री पत गाये छत्री पत गाये छत्री पत गाये छोणी कर छाया पर छत्री पत गाये राजन के राजा राजन के राजा महाराजन के महाराजा राजन के राजा महाराजन के महाराजा ऐसो राज छोड़ और दूजा कौन त्याई है दूजा कौन त्याई है दूजा कौन त्याई है ऐसो राज छोड़ और दूजा कौन त्याई है राजन के राजा राजन के राजा महाराजन के महाराजा राजन के राजा महाराजन के महाराजा छत्रधारी छत्री पत छैल रूप छितना छोली कर छाया पर छत्री पत गाये छत्रधारी छत्री पत छैल रूप छितना छोणी कर छाया पर छत्री पत गाये छोणी कर छाया पर छत्री पत गाये छोणी कर छाया पर छत्री पत गाये राजन के राजा राजन के राजा महाराजन के महाराजा राजन के राजा महाराजन के महाराजा विश्वनाथ बिसुम्बर बेदनाथ बाला कर
बिस्वनाथ बिसुम्बर बेदनाथ बाला कर बाजीगर बांध चारी बंधन बताइए बाजीगर बांध तारी बंधन बताइए न्योली कर्म तू दातारी विद्या तारी ब्रह्मचारी ध्यान को लगावे नैक ध्यान हूँ ना पाए ध्यान को लगावे नैक ध्यान हूँ ना पाए राजन के राजा राजन के राजा महाराजन के महाराजा राजन के राजा महाराजन के महाराजा ऐसो राज छोड़े और दूजा कौन त्याए ऐसो राज छोड़े और दूजा कौन त्याए राजन के राजा राजन के राजा महाराजन के महाराजा राजन के राजा महाराजन के महाराजा राजन के राजा महाराजन के महाराजा राजन के राजा महाराजन के Excellent, Didi. Please tell me more Shabad. Yes, please. Why not? Meher will tell you the Shabad. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਜੀ ਕਹਿਣਾ ਹਾਲ ਮੁਰੀਦਾਂ ਦਾ ਕਹਿਣਾ ਮਿੱਤਰ ਪਿਆਰੇ बाज तड़ावा गिदड़ा तो मैं शेर बनावा चिड़िया ते मैं बाज तड़ावा गिदड़ा तो मैं शेर बनावा 1.25 लाख से एक लड़ावा तवे गोविंद सिंह नाम कहावा
सवा लाख से एक लड़ावा तवे गोबिंद सिंह नाम कहावा। वाहिगुरु जी का खालसा वाहिगुरु जी की फतेह। मैं हर्षप्रीत कौर जमात 9वीं तो गुरु गोबिंद सिंह जी के इतिहास बारे अपने विचार पेश करन जा रही हूं। ਧੰਨ ਧੰਨ श्री गुरु गोबिंद सिंह जी का जन्म 1666 ईस्वी विच पटना साहिब विखे होया सी। गुरु जी के पिता जी सिखा के 9वें गुरु श्री गुरु तेग बहादुर जी सन ਅਤੇ माता जी माता गुजर कौर जी सन। गुरु जी का मुढ़ला नाम गोबिंद राय सी। 1672 ईस्वी विच गुरु जी नूं ਅਤੇ पूरे परिवार नूं श्री गुरु तेग बहादुर जी आनंदपुर साहिब ले गए। धर्म परिवर्तन तो घबरा के जब कश्मीरी पंडित गुरु तेग बहादुर जी को सहायता मंगन आए तो 8 साल की छोटी उम्र विच ही गुरु गोबिंद सिंह जी ने अपने पिताजी नूं जुल्म के खिलाफ लड़न ले कहा। 1685 ईस्वी विच गुरु गोबिंद सिंह जी पौंटा साहिब चले गए, जिथे उन्होंने अनेक पवित्र ग्रंथों की रचना की। श्री सरबलो दसम ग्रंथ साहिब भी गुरु जी ने पौंटा साहिब विखे ही रची सी। 1699 ईस्वी विच विसाखी वाले दिन आनंदपुर साहिब विखे गुरु गोबिंद सिंह जी ने खालसा पंथ साजिया सी। उन्होंने 5 प्यारे सजा के उन्होंने अमृत छकाया। मगरों आप उन्होंने कोल अमृत छक के खालसा पंथ की नींह रखी सी। इसे उत्ते किसी ने कहा है, वाहो गोबिंद सिंह आपे गुर चेला। गुरु गोबिंद सिंह जी के 4 पुत्र 4 साहिबजादे सन। साहिबजादा अजीत सिंह जी, साहिबजादा जुझार सिंह जी, साहिबजादा जोरावर सिंह जी ਅਤੇ साहिबजादा फतेह सिंह जी। 1704 ईस्वी विच मुगलों ते पहाड़ी राजा ने आनंदपुर साहिब के किले नूं घेरा पाया। 7 महीने लगातार घेराबंदी रही। फिर उन्होंने गुरु साहब नूं किला छड़ के जाने लिए कहा। गुरु साहब ने अखीर किला छड़ के सरसा नदी ते जाके डेरा लाया। मुगलों ने अपनी कसमां तोड़ के सिख फौज का पिछा किया ते सरसा नदी के युद्ध तो बाद गुरु साहब का पूरा परिवार विछड़ गया। छोटे साहिबजादियां नूं सरहंद विखे नीहां विच चिनवा के शहीद कर दिता गया अते वड्डे साहिबजादे चमकौर के युद्ध विच शहीद हुए सन। साहिबजादियां दी शहीदी मगरों गुरु जी ने उस अकाल पुरख का शुकराना किया अते कहा, इन पुत्रन के सीस पर वार दिए सुचार, इन पुत्रन के सीस पर वार दिए सुचार। 4 मुए तो क्या हुआ जीवित कई हजार, 4 मुए तो क्या हुआ जीवित कई हजार। 1705 ईस्वी विच गुरु जी ने औरंगजेब नूं जफरनामा लिखिया। यह जफरनामा गुरु जी द्वारा रची दसम ग्रंथ साहिब विच गुरमुखी अते फारसी विच है। खरदार वजीर खान ने सम्राट नाल हथ मिलाउंदिया गुरु जी दे कतल दी साजिश रची अते 2 सहायक भेजे, जिन्हां विचों एक जमशेद खान ने गुरु जी उत्ते हमला किया जदों गुरु जी नांदेड़ विखे विश्राम कर रहे सन। कहा जाता है कि गुरु जी गंभीर रुध नाल जख्मी हुए सन। 1708 ईस्वी विच नांदेड़ विखे गुरु जी ज्योति जोत समा गए। इस तो पहला उन्होंने सिखां नूं गुरु ग्रंथ साहिब जी नूं अपना गुरु मनण दा हुक्म दिता सी। सब सिखन को हुक्म है गुरु मानियो ग्रंथ। गुरु गोबिंद सिंह जी ने अपना पूरा परिवार कौम दी खातिर वार दिता। पिता गुरु तेग बहादुर जी दिल्ली विखे वड्डे साहिबजादे चमकौर दे युद्ध विच, छोटे साहिबजादे अते माता गुजर कौर जी सरहंद विखे। इसे उत्ते किसी कवि ने कहा है, दसम पिता वर्गी जगह अंदर काव, सकदा कोई काव नहीं। दसम पिता वर्गी जगह अंदर काव, सकदा कोई काव नहीं। जेड़ा पिता वारे ऐसा पुत कोई नहीं, जेड़ा पुत वारे ऐसा बाप कोई नहीं। जेड़ा पिता वारे ऐसा पुत कोई नहीं, जेड़ा पुत वारे ऐसा बाप कोई नहीं। वाहिगुरु जी का खालसा वाहिगुरु जी की फतेह। वाहिगुरु जी का खालसा वाहिगुरु जी की फतेह। आज ਅਸੀਂ ਗੁਰਪੁਰਬ ਦੇ ਲਈ ਕੀਰਤਨ ਗਾਣ ਜਾ ਰਹੇ ਹਾਂ। गुरु गोबिंद जी ने चारे दुलारे, जी ने कौम तो वारे, जी ने लड़ना सिखाया, जी ने धर्म बचाया। गोबिंद जेड़ा पिता नू आखे सीस दे दो, जी जाके जी ने सिक्खी नू चाया, जी ने सब कुछ गवाया। गोबिंद गुरु गोबिंद अमृत छका के जी ने छकिया है खुद जी। संत सिपाही जेड़ा डटया है खुद जी। मेट के जाता जी ने करते ने
चो कला दिसे जीदा हर सिख जी जेड़ा जंगलां च वस्या जेड़ा कंडियां ते हस्या जी ने सब कुछ हंडाया सानू सिदक सिखाया गोबिंद जी ने चारे दुलारे जी ने कौम तुम्हारे जी ने लड़ना सिखाया जी ने धर्म बचाया गोबिंद गुरु गोबिंद बाणी बाणे च सजदे साहिब कमाल जी औच दा पीर जेड़ा खुद ही है काल जी शब्दां ना मारे जेड़ा औरंगजेब नू सिंह जीत फतेह आखे देग ते तेग नू जी ने तीर फड़ाया माधो बंदा बनाया गुरु मान्यो ग्रंथ जी ने हुक्म सुनाया गोबिंद जी ने चारे दुलारे जी ने कौम तोवारे जी ने लड़ना सिखाया जी ने धर्म बचाया गोबिंद गुरु गोबिंद वाहिगुरु जी का खालसा वाहिगुरु जी की फतेह। Meet, are you happy now? Yes, yes. Okay, Meet. Now my friend Anushka Singh will give one concluding speech related to Guru Gobind Singh Ji. चिड़ियों 100 में बाज लड़ाऊं गिदड़ों से मैं शेर बनाऊं 1.25 लाख से एक लड़ाऊं तबे गोविंद सिंह नाम कहाऊं। शुभ प्रभात आदरणीय प्रधानाचार्य मैडम, पर्यवेक्षिका मैडम, शिक्षकों और मेरे सभी प्रिय मित्रों। मैं अनुष्का सिंह कक्षा 7वीं सी से आपके सामने गुरु गोबिंद सिंह जयंती पर कुछ चर्चा करने वाली हूँ। गुरु गोबिंद सिंह जी सिख धर्म के 10वें गुरु थे। उनका जन्म 22 दिसंबर 1676 को पटना बिहार में हुआ था। उनके पिता का नाम गुरु तेग बहादुर था जो सिखों के 9वें गुरु थे और उनकी माता का नाम गुजरी था। उनके बचपन का नाम गोविंद राय था। वे बचपन से ही तेजस्वी, स्वाभिमानी और शूरवीर थे। घुड़सवारी करना, हथियार चलाना, नकली युद्ध करना, ये सब उन्होंने बचपन में ही सीख लिया था। उन्होंने हिंदी, संस्कृत और फारसी भाषा का ज्ञान प्राप्त किया। 1675 में औरंगजेब ने दिल्ली में गुरु तेग बहादुर का सिर कटवा दिया था। गुरु गोबिंद सिंह के पिताजी की शहीदी के बाद गोबिंद सिंह जी को 1676 में सिख धर्म का 10वां गुरु बनाया गया। उन्होंने औरंगजेब के अत्याचारों के विरुद्ध आवाज उठाई और हिंदू धर्म की रक्षा करने का कदम उठाया। अल्प आयु में ही वे एक वीर योद्धा बन चुके थे। उन्होंने मुगलों, शिवालकों तथा पहाड़ियों के राजा के साथ 14 युद्ध लड़े। उन्होंने धर्म के लिए अपने परिवार को बलिदान कर दिया, जिसके लिए उन्हें सर्वसौधानी भी कहा जाता है। वे एक महान लेखक थे जिन्होंने कविताओं की रचना भी की। गुरु गोबिंद सिंह ने सिखों की पवित्र पुस्तक गुरु ग्रंथ साहिब को पूरा किया और उन्हें गुरु रूप में सुशोभित किया। गुरु गोबिंद सिंह जी धार्मिक गुरु खालसा के संस्थापक थे। उन्होंने खालसा पंथ की स्थापना की जो सिखों के इतिहास में सबसे महत्वपूर्ण मानी जाती थी। गुरु गोबिंद सिंह की सेना में 2 पठान थे। एक रात नांदेड़ में सोते समय उन्होंने गुरुजी के पेट में छुरा घोंप दिया, जिससे काफी गहरा घाव हो गया। घाव भरा भी नहीं था कि अचानक एक दिन बहादुर शाह ने उनके पास चिल्ला चढ़ाने के लिए 2 धनुष भेजे। चिल्ला चढ़ाते समय उनके घाव के टाके टूट गए और गुरु गोबिंद सिंह जी की 7 अक्टूबर 1708 को नांदेड़ में मृत्यु हो गई। महापुत्र वे महापिता थे, राष्ट्रभक्त समदर्शी थे, पंथ की निर्माता अनुपम संत सिपाही थे, अनुपम संत सिपाही थे। मुगलों संग युद्धों में जो न्याय सत्यनाक होते थे, न्याय सत्यनाक होते थे, जिनके स्वर्ण नोक की तीरे खाकर दुश्मन तरते थे, खाकर दुश्मन तरते थे। संत वही वही योद्धा, गृहस्थ हुए सन्यासी भी, महाकवि वे 10 ग्रंथ के पूर्ण किए गुरु ग्रंथ भी।
वाहेगुरु जी का खालसा, वाहेगुरु जी की फतेह। शुक्रिया। ਵੱਜਦੇ ਨਗਾਰਿਆਂ 'ਚ ਖੁਸ਼ੀ ਦੇ ਜਕਾਰੇ